क़ाल अल्लाहु ताला फ़िल क़ुरानिल मजीद अऊज़ु बिल्लाहि मिनश शैतानिर रजीम बिस्मिल्लाहिर रहमानिर रहीम व इन्नका लअला खुलुक़िन अज़ीम लक़द काना लकुम फ़ी रसूलिल्लाहि उसवतुन हसना रब्बि इश्रह ली सदरी व यस्सिर ली अमरी वाहलुल उक़दतम मिन लिसानी यफ़क़हू कौली। आज अल्हम्दुलिल्लाह ਆਪਾਂ ਜਿਹਦੇ ਮੌਜੂ ਤੇ ਗੱਲ ਕਰਨ ਦਾ ਮੌਕਾ ਮਿਲਿਆ ਵਾ ਹੁਸਨ ਅਖਲਾਕ। ਅੱਜ ਆਪਾਂ ਉਹਦੀ ਅਹਿਮੀਅਤ ਦੇਖਾਂਗੇ ਹੁਸਨ ਅਖਲਾਕ ਦੀ। ਹੁਸਨ ਅਖਲਾਕ ਬੁਰੇ ਅਖਲਾਕ ਉਹਨਾਂ ਦੇ ਫਾਇਦੇ ਤੇ ਨੁਕਸਾਨ ਹੋਏ ਸੀ, ਯਾਨੀ ਅੱਜ ਆਪਾਂ ਹੁਸਨ ਅਖਲਾਕ ਦੀ ਇਕੱਲੀ ਅਹਿਮੀਅਤ ਦੇਖਾਂਗੇ ਕਿ ਉਹਦੀ ਕੀ ਅਹਿਮੀਅਤ ਆ ਦੀਨ ਇਸਲਾਮ ਦੇ ਵਿੱਚ। ਸਰਸਰਾ ਤੁਹਾਨੂੰ ਇਹਦਾ ਤਾਰਫ ਦੱਸੂਗਾ ਹੁਸਨ ਅਖਲਾਕ ਦਾ ਕੀ ਆ। ਹੁਸਨ ਅਖਲਾਕ ਕਿਹੜੀ ਚੀਜ਼ ਦਾ ਨਾਮ ਆ ਜਿਹਦੀਆਂ ਆਪਣੀਆਂ ਅਦਾਤ ਆਪਣੇ ਕਿਰਦਾਰ ਦੇ ਵਿੱਚ ਉਹ ਫਿਰ ਆਪਣੀਆਂ ਜ਼ੁਬਾਨੀਆਂ ਭਲਾ ਦੀ ਉਹ ਆਪਣੀ ਬੋਡੀ ਲੈਂਗੁਏਜ ਆ ਜਾਂ ਆਪਣੇ ਦੂਸਰਿਆਂ ਨਾਲ ਮਾਮਲਾਤ ਆ। यानी यही नहीं कि मिठा बोलना ही हुस्न अखलाक आ। अपने दूजे नाल मामलात बड़े गेड़े वाले आ। गेड़े वाला बंदा तो बड़ा मिठा हुंदा क्योंकि मिठा प्यारा होवे गेड़ा देना हुंदा। कड़वी जबान वाले दे कोल तां गेड़ा नहीं दित्ता जांदा। ओह है वा ना कि मिठी जबान वाली तां मिर्च भी वेख जांदी आ ते कड़वी जबान वाले दा गुड़ भी नहीं वेखदा। ਉਹੀ ਹਿਸਾਬ ਆ ਕਿ ਮਿੱਠੀ ਜ਼ਬਾਨ ਹੋਵੇ ਫੇਰ ਹੀ ਬੰਦਾ ਗੇੜਾ ਦੇ ਸਕਦਾ। ਤੇ ਹੁਸਨ ਅਖਲਾਕ ਦੇ ਵਿੱਚ ਇਹ ਸਾਰੇ ਮਾਮਲਾਤ ਹੀ ਆ ਜਾਂਦੇ ਆ ਕਿ ਤੁਹਾਡੇ ਮਾਮਲਾਤ ਕੀ ਆ, ਤੁਹਾਡੀ ਬੋਡੀ ਲੈਂਗੁਏਜ ਕੀ ਆ, ਤੁਹਾਡੀ ਆਦਤਾਂ ਕੀ ਆ, ਤੁਹਾਡੇ ਦੂਸਰੇ ਨਾਲ ਕੀ ਅਫੇਅਰਸ ਚੱਲ ਰਹੇ, ਉਹ ਸਾਰਾ ਕੁਝ ਹੁਸਨ ਅਖਲਾਕ ਦੇ ਵਿੱਚ ਆ ਜਾਂਦਾ। ਹੁਸਨ ਦਾ ਮਤਲਬ ਜੇ ਅੱਛੇ ਹੋਊਗੇ ਤੇ ਅੱਛੇ ਅਖਲਾਕ, ਜੇ ਬੁਰੇ ਹੋਊਗੇ ਤਾਂ ਬੁਰੇ ਅਖਲਾਕ। ਇੱਥੇ ਤੱਕ ਤਾਂ ਹੋ ਗਈ ਇਹਦੀ ਡੈਫੀਨੇਸ਼ਨ ਜਿਹੜੀ ਆਪਾਂ ਸਰਸਰੀ ਕਰਨੀ ਸੀ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ। ਤੇ ਅੱਗੇ ਦੂਸਰੀ ਗੱਲ ਇਹਦੀ ਅਹਿਮੀਅਤ ਕਿਉਂ ਇੰਨੀ ਦੀਨ ਇਸਲਾਮ ਦੇ ਵਿੱਚ, ਜਾਂ ਐਸੇ ਨਮਾਨ ਦੇ ਉੱਤੇ ਇੰਨਾ ਦਬਾਅ ਕਿਉਂ ਦਿੱਤਾ ਜਾਂਦਾ। ਇਹਦੀ ਅਹਿਮੀਅਤ ਦੀ ਸਭ ਤੋਂ ਵੱਡੀ ਵਜ੍ਹਾ ਤਾਂ ਇਹੀ ਹੈ ਕਿ ਜਿਹਦੀ ਉਮਤ ਮੁਸਲਮਾਨ ਵਾ ਨਾ ਉਹ ਆਪਣੇ ਅੱਛੇ ਅਖਲਾਕ ਦੀ ਵਜ੍ਹਾ ਤੋਂ ਹੀ ਜਾਣੀ ਜਾਂਦੀ ਹੁੰਦੀ ਸੀ। ਉਹਨਾਂ ਦੇ ਅਖਲਾਕ, ਉਹਨਾਂ ਦੇ ਮੋਰਲ ਬੜੇ ਗੁੱਡ ਸੀ, ਉਹਨਾਂ ਦਾ ਕਰੈਕਟਰ ਬੜਾ ਅੱਛਾ ਸੀ। ਉਹ ਆਪਣੇ ਅਖਲਾਕ ਦੀ ਵਜ੍ਹਾ ਤੋਂ ਆਪਣੇ ਇੱਧਰ ਉੱਧਰ ਇਲਾਕਿਆਂ ਵਿੱਚ ਫੇਮਸ ਸੀ। ਤੇ ਜਿਹਦਾ ਉਮਤ ਮੁਸਲਮਾਨ ਦਾ ਨਬੀ ਸੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੇ ਅਖਲਾਕ ਦੀ ਸ਼ਹਾਦਤ ਜੀ ਖੁਦ ਅੱਲਾਹ ਤਾਲਾ ਨੇ ਦਿੱਤੀ। ਜਿਹਦੀ ਮੈਂ ਖੁਤਬੇ ਵਿੱਚ ਐਤ ਪੜ੍ਹੀ ਆ व इन्नका लअला खुलुक़िन अज़ीम। अल्लाह ताला ने खुद गवाही ਦਿੱਤੀ ਆ ਕਿ ਬੇਸ਼ੱਕ ਤੁਸੀਂ ਅਖਲਾਕ ਦੇ ਆਲਾ ਦਰਜੇ ਦੇ ਫਾਇਜ਼ ਆ। ਅਸੀਂ ਤੁਹਾਨੂੰ ਅਖਲਾਕ ਦੇ ਆਲਾ ਦਰਜੇ ਦਾ ਫਾਇਜ਼ ਕੀਤਾ, ਯਾਨੀ ਤੁਹਾਡੇ ਤੋਂ ਉੱਤੇ ਅਖਲਾਕ ਦਾ ਕੋਈ ਦਰਜਾ ਜੇ ਤੇ ਤੁਸੀਂ ਫਾਇਦਾ ਉਹ ਸਭ ਤੋਂ ਆਲਾ ਦਰਜਾ ਵਾ। ਪਰ ਅੱਜ ਆਪਾਂ ਆਪਣੀ ਹਾਲਤ ਦੇਖੀਏ ਮੌਜੂਦਾ ਮੁਸਲਿਮ ਉਮਤ ਦੀ, ਤੇ ਫਿਰ ਆਪਾਂ ਆਪਣਾ ਕਰੀਏ ਮੁਹਾਸਰਾ, ਫਿਰ ਆਪਾਂ ਨੂੰ ਪਤਾ ਚੱਲਦਾ ਕਿ ਆਪਾਂ ਕਿੱਥੇ ਖੜੇ ਆ। ਤੁਹਾਨੂੰ ਮੈਂ ਇੱਕ ਛੋਟਾ ਜਿਹਾ ਤਜਰਬਾ ਦੱਸਾਂ ਤੇ ਤੁਸੀਂ ਉਹ ਕਰਕੇ ਵੀ ਦੇਖ ਸਕਦੇ ਆ। ਕੋਈ ਐਸੀ ਗੱਲ ਨਹੀਂ ਕਿ ਦੋ ਨੌਜਵਾਨ ਬੈਠੇ ਹੋਣ ਨਾ, ਤੁਸੀਂ ਉਹਨਾਂ ਦੀਆਂ ਗੱਲਾਂ ਬਸ ਰਿਕਾਰਡ ਹੀ ਕਰ ਲਓ ਤੇ ਉਸ ਤੋਂ ਬਾਅਦ ਤੀਸਰੇ ਬੰਦੇ ਨੂੰ ਸੁਣਾਓ ਤੇ ਤਕਰੀਬਨ 50% ਗੱਲਾਂ ਇੱਦਾਂ ਦੀਆਂ ਨਿਕਲਣੀਆਂ ਵਾ ਜਿਹਦੀਆਂ ਗੈਰ ਅਖਲਾਕੀ ਹੋ ਗਈਆਂ। ਯਾਨੀ ਕਿਸੇ ਟੌਪਿਕ ਤੇ ਗੱਲ ਕਰਦੇ ਪਿਆ, ਦੋ ਬੰਦੇ ਬੈਠੇ ਨੇ ਗੱਲਾਂ ਰਿਕਾਰਡ ਕੀਤੀਆਂ ਜਾਣ, ਕੋਈ ਵੀ ਟੌਪਿਕ ਆ, ਸਿਰਫ 50% ਗੱਲਾਂ ਹੋ ਗਈਆਂ ਟੌਪਿਕ ਦੇ ਬਾਰੇ, 50% ਕਿਸੇ ਕੰਮ ਦੀਆਂ ਨਹੀਂ ਗੈਰ ਅਖਲਾਕੀ ਹੋ ਗਈਆਂ, ਜਿਹਦੀ ਆਪਾਂ ਕਹਾਂਗੇ ਕਿ ਤੀਜਾ ਬੰਦਾ ਸੁਣੇ ਵੀ ਨਾ, ਤੁਹਾਨੂੰ ਸ਼ਰਮ ਆਊਗੀ ਜੇ ਤੀਜਾ ਬੰਦਾ ਸੁਣੂਗਾ ਵੀ ਇਸ ਹੱਦ ਤੱਕ। ਯਾਨੀ ਕੋਈ ਗੱਲ ਵੀ ਨਹੀਂ ਨਾ ਹੈ ਤਾਂ ਵੀ ਗਾਲ ਕੱਢ ਗਏ, ਨਜਾਇਜ਼ ਗੈਰ ਅਖਲਾਕੀ ਗੱਲ ਇਸਤੇਮਾਲ ਕਰ ਗਏ। 50% ਗੱਲਾਂ ਬਿਲਕੁਲ ਉਹਨਾਂ ਤੇ ਹੋ ਗਈਆਂ। ਤੇ ਅੱਜ ਆਪਾਂ ਇਹਦੀ ਅਹਿਮੀਅਤ ਬਾਰੇ ਦੇਖਾਂਗੇ ਕਿ ਹੁਸਨ ਅਖਲਾਕ ਦੀ ਦੀਨ ਇਸਲਾਮ ਦੇ ਵਿੱਚ ਕੀ ਅਹਿਮੀਅਤ ਆ। ਜ਼ਿਆਦਾ ਟਾਈਮ ਨਹੀਂ, ਬਸ ਸਿਰਫ 10 ਜਾਂ 12 ਮਿੰਟ ਦੀ ਆਪਾਂ ਗੱਲ ਕਰਾਂਗੇ ਹੁਸਨ ਅਖਲਾਕ ਤੇ। ਜ਼ਿਆਦਾ ਟਾਈਮ ਕੋਈ ਨਹੀਂ, ਕੋਈ ਮਾਸ਼ਾਅੱਲਾ ਭਾਈ ਬਰਾੜ ਦੀ ਵਾਰੀ ਆ। ਤੁਹਾਡੇ ਅੱਗੇ ਮੈਂ ਇੱਕ ਵਾਕਿਆ ਬਿਆਨ ਕਰੂਗਾ ਇੱਕ ਸਹਾਬੀ ਦਾ ਕਿ ਇੱਕ ਜੰਗ ਦੇ ਮੌਕੇ ਵਿੱਚ ਨਾ ਇੱਕ ਸਹਾਬੀ ਸੀ। ਇਹ ਵਾਕਿਆ ਇਸ ਤਰ੍ਹਾਂ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਇਰਦ ਗਿਰਦ ਨਾ ਤੀਰਾਂ ਦਾ ਹਮਲਾ ਹੋ ਰਿਹਾ ਸੀ। ਸਹਾਬੀ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਾ ਅੱਗੇ ਹੋ ਕੇ ਢਾਲ ਬਣਾ ਕੇ ਬਚਾ ਰਹੇ ਸੀ। ਇੱਕ ਸਹਾਬੀ ਸੀ ਅੱਗੇ ਆਏ ਹੋਏ ਸੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ, ਤੇ ਉਹਨਾਂ ਦੇ ਆਣ ਕੇ ਤੀਰ ਲੱਗ ਗਿਆ। ਜੇ ਉਹਨਾਂ ਦਾ ਤੀਰ ਲੱਗਾ ਨਾ, ਉਹਨਾਂ ਦੀ ਸੀ ਦੀ ਆਵਾਜ਼ ਨਿਕਲ ਗਈ। ਯਾਨੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਅੱਲਾਹੂ ਅਕਬਰ ਜਾਂ ਸੁਬਹਾਨ ਅੱਲਾਹ ਜਾਂ ਅਸਤਗਫਿਰੁल्लाह, ਤੇ ਉਹਨਾਂ ਦੀ ਸੀ ਦੀ ਆਵਾਜ਼ ਨਿਕਲ ਗਈ। ਰਸੂਲੁल्लाह ਨੇ ਫਰਮਾਇਆ ਜੇ ਤੁਸੀਂ ਇਸ ਸੀ ਦੀ ਜਗ੍ਹਾ ਤੇ ਅੱਲਾਹ ਦਾ ਜ਼ਿਕਰ ਕਰਦੇ ਨਾ ਤੇ ਫਰਿਸ਼ਤੇ ਤੁਹਾਨੂੰ ਜ਼ਮੀਨ ਤੋਂ ਚੱਕ ਲੈਂਦੇ, ਯਾਨੀ ਤੁਹਾਡੇ ਦਰਦ ਦੇ ਵਿੱਚ ਕਮੀ ਹੋ ਜਾਂਦੀ। ਜਾਂ ਇਹ ਤੋਂ ਵੀ ਬਿਹਤਰ ਮਾਮਲਾ ਹੁੰਦਾ ਕਿ ਫਰਿਸ਼ਤੇ ਤੁਹਾਨੂੰ ਜ਼ਮੀਨ ਤੋਂ ਹੀ ਚੱਕ ਲੈਂਦੇ। ਪਰ ਉਹਨਾਂ ਨੇ ਕਿਹਾ ਸੀ। ਇੱਥੋਂ ਜਿਹੜਾ ਆਪਣੇ ਲਈ ਸਬਕ ਆ ਕਿ ਜੋ ਆਪਣੇ ਸੱਟ ਲੱਗਦੀ ਆਪਾਂ ਕੀ ਕਰੀਦਾ, ਆਪਾਂ ਨੂੰ ਕੋਈ ਚੋਟ ਪਹੁੰਚਦੀ ਆਪਾਂ ਹੀ ਕਰੀਦਾ, ਜੋ ਕਿਸੇ ਦਾ ਨੁਕਸਾਨ ਦੇਖੀਦਾ ਫਿਰ ਆਪਾਂ ਕਰੀਦਾ। ਇਹ ਸਾਰੀਆਂ ਗੱਲਾਂ ਹੁਸਨ ਅਖਲਾਕ ਦੇ ਵਿੱਚ ਆ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਦੇਖੋ ਰਸੂਲਾਂ ਨੇ ਕੀ ਫਰਮਾਇਆ, ਹਾਲਾਂਕਿ ਉਹ ਹਿਫਾਜ਼ਤ ਵੀ ਕਿਹਦੀ ਕਰਦਾ ਪਿਆ, ਨਬੀਆਂ ਦੇ ਇਮਾਮ ਦੀ, ਆਖਰੀ ਉਮਤ ਦਾ ਜਿਹੜਾ ਨਬੀ ਆ ਉਹਦੀ ਹਿਫਾਜ਼ਤ ਕਰਦਾ ਪਿਆ। ਤੇ ਤੀਰ ਵੀ ਉਹਨੇ ਆਪਣੇ ਜਿਸਮ ਤੇ ਖਾਦਾ ਵਾ, ਕੋਈ ਢਾਲ ਤੇ ਨਹੀਂ। ਉਹਦੀ ਦਰਦ ਦੀ ਸ਼ਿੱਦਤ ਨਾਲ ਆਵਾਜ਼ ਸੀ ਨਿਕਲੀ ਆ, ਕੋਈ ਚੀਖੋ ਪੁਕਾਰ ਨਹੀਂ ਨਿਕਲੀ। ਤੇ ਦੇਖੋ ਰਸੂਲਾਂ ਨੇ ਕੀ ਫਰਮਾਇਆ ਕਿ ਜੇ ਤੁਸੀਂ ਇਹਦੀ ਥਾਂ ਤੇ ਸੀ ਦੀ ਥਾਂ ਤੇ ਅੱਲਾਹੂ ਅਕਬਰ ਜਾਂ ਸੁਬਹਾਨ ਅੱਲਾਹ ਕਹਿੰਦੇ ਫਿਰ ਤੁਹਾਨੂੰ ਇਹਦਾ ਕਿੰਨਾ ਅਜਰ ਮਿਲਣਾ ਸੀ। ਜੇ ਆਪਣੇ ਸੱਟ ਲੱਗੇ ਆਪਾਂ ਕਰੀਦਾ,
ਪਹਿਲੇ ਤਾਂ ਆਪਾਂ ਚੀਜ਼ ਨੂੰ ਗਾਲ ਕੱਢੀ ਦੀ, ਫਿਰ ਜਿਹਨੇ ਰੱਖੀ ਉਹਨੂੰ ਕੱਢੀ ਦੀ ਆ। ਜੇ ਕਿਸੇ ਬੱਚੇ ਨੇ ਰੱਖੀ ਹੋਵੇ 2 ਲਾ ਵੀ ਦੇ ਦੀ ਆ, ਫਿਰ ਜਾ ਕੇ ਆਪਾਂ ਥੋੜਾ ਪਤਾ ਲੱਗਦਾ ਕਿ ਹੁਣ ਇਹਦਾ ਕੋਈ ਅਜ਼ਾਲਾ ਹੋਇਆ ਵਾ ਸਾਡੇ ਨੁਕਸਾਨ ਦਾ, ਤੇ ਉਹਦੇ ਤਾਂ ਕੋਈ ਨਹੀਂ ਸੀ ਹੈਗਾ। ਹੁਸਨ ਅਖਲਾਕ ਏਡੀ ਆਸਾਨ ਚੀਜ਼ ਨਹੀਂ ਹੈਗੀ, ਗੱਲ ਬਿਲਕੁਲ ਸਹੀ ਆ। ਜੋ ਆਪਣੇ ਸੱਟ ਲੱਗਣੀ, ਦਿਲ ਦੇ ਵਿੱਚ ਗਾਲ ਨਿਕਲਣੀ ਆ, ਜਾਂ ਕਿਸੇ ਨੂੰ ਬੁਰਾ ਭਲਾ ਕਹਿਣ ਨੂੰ ਦਿਲ ਕਰਨਾ ਹੀ, ਉਹਦੇ ਆਪਣਾ ਗੁੱਸਾ ਨਹੀਂ ਹਟਣਾ। ਹੁਸਨ ਅਖਲਾਕ ਏਡੀ ਆਸਾਨ ਚੀਜ਼ ਨਹੀਂ ਹੈਗੀ। ਅੱਲਾ ਨੇ ਫਰਮਾਇਆ ਨਾ ਸੂਰਾ ਅਸਰ ਦੇ ਵਿੱਚ, ਤੁਹਾਨੂੰ ਸਬਰ ਕਰਨਾ ਪੈਣਾ। ਇਹ 4 ਚੀਜ਼ਾਂ ਵਾ, ਉਹਨਾਂ ਦੇ ਵਿੱਚ ਸਬਰ ਵੀ ਆ। ਤੇ ਹੁਸਨ ਅਖਲਾਕ ਸਬਰ ਤੋਂ ਬਗੈਰ ਕਦੇ ਵੀ ਤੁਹਾਨੂੰ ਹਾਸਲ ਨਹੀਂ ਹੋਊਗਾ। ਹੁਸਨ ਅਖਲਾਕ ਉਹਨਾਂ ਆਦਤਾਂ ਦੇ ਵਿੱਚੋਂ ਹੀ ਆ ਜਿਹੜੀ ਆ ਬੰਦੇ ਦੀ ਫਿਤਰਤ ਦੇ ਵਿੱਚ ਕੁਛ ਹੱਦ ਤੱਕ ਤਾਂ ਹੁੰਦੀ ਆ ਵਾ। ਉਹਨੂੰ ਉਹਦੇ ਵਾਲਦੈਨ ਤੋਂ ਮਰੂਸੀ ਤੌਰ ਤੇ ਟਰਾਂਸਪੋਰਟ ਵੀ ਹੋ ਜਾਂਦੀ ਆ ਵਾ। ਤਕਰੀਬਨ 20% ਟਰਾਂਸਪੋਰਟ ਹੁੰਦੀ ਆ, ਬਾਕੀ ਤੁਹਾਨੂੰ ਆਪ ਹੀ ਇਖਤਿਆਰ ਕਰਨੀਆਂ ਪੈਂਦੀਆਂ। ਉਹ ਫਿਰ ਆਪਣੇ ਨਫਸ ਨਾਲ ਮੁਕਾਬਲਾ ਕਰਕੇ ਤੁਹਾਡੇ ਵਿੱਚ ਟਰਾਂਸਪੋਰਟ ਹੁੰਦੀ ਆ। ਤੇ ਇਹ ਨਹੀਂ ਹੈ ਬੜੀ ਟਫ ਚੀਜ਼ ਆ, ਤਾਂ ਸ਼ਰੀਅਤ ਨੇ ਇਹਦੀ ਇੰਨੀ ਵੈਲਿਊ ਦਿੱਤੀ ਆ, ਕਿਉਂਕਿ ਮੁਸ਼ਕਲ ਚੀਜ਼ਾਂ ਤੋਂ ਬਾਅਦ ਹੀ ਇੰਨਾ ਇਹਦਾ ਅਜਰ ਆ। ਜੇ ਚੀਜ਼ ਮੁਸ਼ਕਲ ਨਾ ਹੋਵੇ ਉਹਦਾ ਕੋਈ ਅਜਰ ਨਾ ਹੋਵੇ। ਚੀਜ਼ ਮੁਸ਼ਕਲ ਆ ਤਾਂ ਉਹਦਾ ਅਜਰ ਆ, ਪਰ ਆਪਾਂ ਇਹਦੀ ਵੈਲਿਊ ਕੋਈ ਨਹੀਂ ਸਮਝਦੇ, ਨਾ ਹੀ ਆਪਾਂ ਇਹਦੀ ਵੈਲਿਊ ਦੇਈਦੀ। ਆਪਾਂ ਨੂੰ ਬਿਲਕੁਲ ਮਾਮੂਲੀ ਚੀਜ਼ ਸਮਝਦੇ ਆ। ਇਹ ਰਸੂਲੁल्लाह को ਪੁੱਛਿਆ ਗਿਆ ਨਾ ਕਿ ਕਿਆਮਤ ਦੇ ਰੋਜ਼ ਕਿਹਦੇ ਅਮਲ ਹੋਊਗੇ ਜਿਹੜੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਜੰਨਤ ਦੇ ਵਿੱਚ ਲੈ ਕੇ ਜਾਊਗੇ। ਤੇ ਰਸੂਲੁल्लाह ਨੇ ਫਰਮਾਇਆ ਅੱਲਾ ਦਾ ਤਕਵਾ, ਤੇ ਦੂਜੇ ਨੰਬਰ ਤੇ ਹੁਸਨ ਅਖਲਾਕ। ਪਹਿਲੇ ਨੰਬਰ ਤੇ ਰਸੂਲੁल्लाह ਨੇ ਕਿਹਾ ਅੱਲਾ ਦਾ ਤਕਵਾ, ਦੂਜੇ ਨੰਬਰ ਤੇ ਫੌਰਨ ਅਖਲਾਕ ਨੂੰ ਲਿਆ ਹੈ, ਜਿਹਦੀ ਬਿਲਕੁਲ ਹੀ ਆਪਾਂ ਇੰਪੋਰਟੈਂਸ ਜਿਹਨੂੰ ਦੇਈਦੀ ਨਹੀਂ ਹੈਗੀ, ਜਿਹਦੀ ਆਪਾਂ ਸਮਝੀਦਾ ਕਿ ਵੈਲਿਊ ਹੀ ਕੋਈ ਨਹੀਂ। एक और थान ते रसूलुल्लाह ने फरमाया दी अहमियत देखियो किन्नी है कि रसूलुल्लाह ने फरमाया कि क़यामत दे रोज़ मिज़ान दे विच जिहड़ी सब तो भारी चीज़ होगी ना वो अच्छे अखलाक होगे। यानी अच्छे अखलाक की इस कदर अहमियत आ मिज़ान दे विच सब तो ज़्यादा जिहड़ी हैवी चीज़ होगी सिर्फ अच्छे अखलाक होगे, इस तो इलावा होर कोई चीज़ नहीं, बाकी सारा कुछ बाद च होगा। अच्छे अखलाक की सब तो ज़्यादा, यानी बहुत सारे लोग ना अपने अखलाक की वजह से जन्नत च जाऊगा। अखलाक ਦੀਆਂ ਤੁਹਾਡੇ ਅੱਗੇ ਸਿਰਫ 4 ਤੋਂ 5 ਮਿਸਾਲਾਂ ਬਿਆਨ ਕਰੂਗਾ, ਤੋਂ ਜ਼ਿਆਦਾ ਨਹੀਂ, ਤਾਂ ਕਿ ਤੁਸੀਂ ਬੋਰ ਨਾ ਹੋਵੋ, ਕਿਉਂਕਿ ਆਪਾਂ ਪਹਿਲੇ ਵੀ ਤੇ ਕਾਫੀ ਗੱਲ ਕੀਤੀ। ਇਨਸ਼ਾਅੱਲਾ ਆਉਣ ਵਾਲੇ ਟਾਈਮ 'ਚ ਵੀ ਆਪਾਂ ਇੱਥੇ ਹੀ ਕਰਾਂਗੇ। ਇੱਕ ਹੋਰ ਤੁਹਾਡੇ ਅੱਗੇ ਸਹਾਬੀ ਦਾ ਵਾਕਿਆ ਬਿਆਨ ਕਰੂਗਾ ਕਿ ਇੱਕ ਮੁਸਲਮਾਨ ਸਹਾਬੀ ਸੀ, ਉਹਦੇ ਸਾਹਮਣੇ ਨਾ ਇੱਕ ਯਹੂਦੀ ਦੀ ਦੁਕਾਨ ਸੀ। ਦੁਕਾਨ ਵੀ ਦੋਨਾਂ ਦੀ ਇੱਕੋ ਹੀ ਸੇਮ ਚੀਜ਼ ਦੀ ਸੀ, ਮਤਲਬ ਕਿ ਸਬਜ਼ੀ ਦੀ ਸਾਹਮਣੇ ਸਬਜ਼ੀ ਦੀ ਤੇ ਕਰਿਆਨੇ ਦੀ ਸਾਹਮਣੇ ਕਰਿਆਨੇ ਦੀ ਸੀ। ਜਾਂ ਮੁਸਲਮਾਨ ਸੀ, ਉਹਦੀ ਦੁਕਾਨ ਕਾਫੀ ਅੱਛੀ, ਉਹਦੀ ਸੇਲ ਸੀ। ਉਹਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਫੀ ਅੱਛੀ ਸੇਲ ਹੋਈ, ਤੇ ਯਹੂਦੀ ਦੀ ਦੁਕਾਨ ਤੇ ਸਵੇਰ ਕੋਈ ਗਾਹਕ ਨਹੀਂ ਗਿਆ। ਸ਼ਾਮ ਟਾਈਮ ਇੱਕ ਗਾਹਕ ਆਇਆ ਤੇ ਉਹ ਮੁਸਲਮਾਨ ਦੀ ਦੁਕਾਨ ਵਿੱਚ ਇੰਟਰ ਹੋ ਗਿਆ। ਉਹ ਫਿਰ ਉੱਥੋਂ ਨਿਕਲਿਆ ਜਾ ਕੇ ਯਹੂਦੀ ਦੁਕਾਨ 'ਚ ਇੰਟਰ ਹੋ ਗਿਆ। ਯਹੂਦੀ ਨੇ ਉਹ ਪੁੱਛਿਆ ਕਿ ਸਾਹਮਣੇ ਦੁਕਾਨ ਵਿੱਚ ਸਮਾਨ ਹੈਗਾ ਸੀ ਜਦੋਂ ਮੇਰੇ ਕੋਲ ਲੈਣ ਆਇਆ? ਮੈਨੂੰ ਪਤਾ ਉਹਨੇ ਦੁਕਾਨ ਵਿੱਚ ਸਮਾਨ ਵਾਫਰ ਮੁਕਦਾਰ ਵਿੱਚ ਹੁੰਦਾ, ਤੂੰ ਕਾਹਦੋਂ ਲਿਆ? ਤੇ ਉਹਦੇ ਗਾਹਕ ਨੇ ਦੱਸਿਆ ਮੁਸਲਮਾਨ ਤਾਜ ਨੇ ਮੈਨੂੰ ਕਿਹਾ ਕਿ ਉਹ ਸਾਹਮਣੇ ਨਾ ਮੇਰਾ ਇੱਕ ਵੀਰਾ ਯਹੂਦੀ ਆ, ਉਹਦੀ ਸੁਬਾਹ ਦੀ ਕੋਈ ਸੇਲ ਨਹੀਂ ਹੋਈ, ਮੈਂ ਦੇਖਿਆ। ਤੂੰ ਇਹ ਕੰਮ ਕਰ, ਮੇਰੇ ਕੋਲ ਰਹਿਣ ਦੇ, ਤੂੰ ਕੋਈ ਆਗ ਲੈ ਲਾ, ਉਹਦੀ ਵੀ ਥੋੜੀ ਸੇਲ ਹੋ ਜਾਵੇ। ਇਹ ਨਾ ਹੋਵੇ ਆਪਣਾ ਕੰਮ ਛੱਡ ਜਾਵੇ ਜਾਂ ਉਹਦੀ ਕੋਈ ਤੰਗੀ ਹੋ ਜਾਵੇ ਤੇ ਮਾਲ ਦੇ ਵਿੱਚ, ਤੂੰ ਮੇਰੇ ਕੋਲ ਰਹਿਣ ਦੇ, ਮੇਰੀ ਸੁਬਾਹ ਦੀ ਅੱਛੀ ਸੇਲ ਹੋ ਗਈ ਆ, ਤੂੰ ਕੋਈ ਆਗ ਲੈ ਲਾ। ਤੇ ਬਿਆਨ ਕੀਤਾ ਜਾਂਦਾ ਕਿ ਯਹੂਦੀ ਨੇ ਉਹਦੇ ਹੁਸਨ ਅਖਲਾਕ ਦੇਖ ਕੇ ਕਲਮਾ ਪੜ੍ਹ ਲਿਆ। ਯਾਨੀ ਤੁਹਾਡੇ ਅਖਲਾਕ ਹੀ ਸਿਰਫ ਇੰਨੀ ਤਬਲੀਗ ਕਰਦੇ ਪਿਆ, ਤੁਹਾਨੂੰ ਬਾਹਰ ਨਿਕਲ ਕੇ ਕੋਈ ਲੋੜ ਨਹੀਂ ਜਿਹਾਦ ਕਰਨ ਦੀ। ਤੁਹਾਡੇ ਅਖਲਾਕ ਅੱਛੇ ਹੋ ਜਾਣ, ਰਸੂਲੁल्लाह ਦੇ ਕਿੰਨੇ ਬੇਸ਼ੁਮਾਰ ਵਾਕਿਆਤ ਆਪਾਂ ਨੂੰ ਮਿਲਦੇ ਆ ਕਿ ਸਿਰਫ ਅਖਲਾਕ ਦੇਖ ਕੇ ਲੋਕਾਂ ਨੇ ਕਲਮਾ ਪੜਿਆ। ਉਹ ਵਾਕਿਆ ਸਾਰਿਆਂ ਨੇ ਸੁਣਿਆ, ਜੋ ਰਸੂਲੁल्लाह ਗੁਜ਼ਰਦੇ ਹੁੰਦੇ ਸੀ ਤੇ ਇੱਕ ਬੁੱਢੀ ਬੀਬੀ ਆਪ ਸੱਲੱਲਾਹੁ ਅਲੈਹਿ ਵਸੱਲਮ ਤੇ ਕੂੜਾ ਪਾਉਂਦੀ ਹੁੰਦੀ ਸੀ। ਆਪ ਇੱਕ ਦਿਨ ਬਿਮਾਰ ਸੀ, ਸਾਰਿਆਂ ਨੇ ਸੁਣਿਆ ਵਾਕਿਆ, ਬਿਮਾਰ ਸੀ, ਗਈ ਉਹਨਾਂ ਕੋਲ ਇਤਮਾਰਦਾਰੀ ਕੀਤੀ, ਉਹਨੇ ਕਲਮਾ ਪੜ੍ਹ ਲਿਆ। ਇੱਕ ਹੋਰ ਬੀਬੀ ਸੀ, ਆਸਮਾਨ 'ਚ ਕਿਹਾ ਰਸੂਲੁल्लाह ਨੇ, ਉਹਨੇ ਕਿਹਾ ਸੀ ਇੱਕ ਜਾਦੂਗਰ ਆ। ਸਾਰਿਆਂ ਨੇ ਵਾਕਿਆ ਸੁਣੇ ਹੋਏ, ਬਿਆਨ ਕਰਨ ਦੀ ਲੋੜ ਨਹੀਂ ਹੈਗੀ, ਹਰ ਇੱਕ ਬੰਦੇ ਨੂੰ ਪਤਾ ਹੈ ਵਾਕਿਆ। ਤਾਂ ਮੈਂ ਇਹ ਨਹੀਂ ਕਹਿ ਰਿਹਾ ਕਿ 100% ਹੀ ਅੱਛੇ ਅਖਲਾਕ ਹੁੰਦੇ ਆ, ਬਲਕਿ ਮੈਂ ਕਹਿ ਰਿਹਾ ਬਹੁਤ ਸਾਰੀ ਵੈਲਿਊ ਅੱਛੇ ਅਖਲਾਕ ਦੀ ਆ। 100% ਨਾ ਕੋ ਤੁਸੀਂ 30% ਚਲੋ ਕਹਿ ਸਕਦੇ, ਇੰਨਾ ਕਹਿਣਾ ਕੋਈ ਗਲਤ ਗੱਲ ਨਹੀਂ ਹੈਗੀ। ਤੁਹਾਡੇ ਅੱਛੇ ਅਖਲਾਕ ਖੁਦ ਬ ਖੁਦ ਬਹੁਤ ਜ਼ਿਆਦਾ ਤਬਲੀਗ ਕਰਦੇ ਆ ਅਗਲੇ ਬੰਦੇ ਨੂੰ। ਇਹ ਨਹੀਂ ਹੈ ਤੁਹਾਨੂੰ ਜ਼ਬਾਨ ਨਾਲ ਕਹਿਣ ਦੀ ਕੋਈ ਲੋੜ ਨਹੀਂ ਹੈਗੀ। ਤੇ ਆਪਣੇ ਬੱਚਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕਮੀ ਵੀ ਇਹੀ ਹੁੰਦੀ ਆ, ਕਿਉਂਕਿ ਆਪਾਂ ਅੱਛੇ ਅਖਲਾਕ ਨਹੀਂ ਕਰ ਰਹੇ ਹੁੰਦੇ। ਆਪਾਂ ਆਪਣੇ ਬੱਚਿਆਂ ਨੂੰ ਕਹੀਦਾ ਜ਼ਰੂਰ ਅੱਛੇ ਅਖਲਾਕ ਕਰਨੇ, ਝੂਠ ਨਹੀਂ ਬੋਲਣਾ, ਨੇਕੀ ਕਰਨੀ, ਨਮਾਜ਼ ਪੜ੍ਹਨੀ ਆ, ਕੋਈ ਗਲਤ ਕੰਮ ਨਹੀਂ ਕਰਨਾ, ਲੋਕਾਂ ਦੀ ਮਦਦ ਕਰਨੀ, ਪਰ ਆਪਾਂ ਆਪ ਨਹੀਂ ਕਰ ਰਹੇ ਹੁੰਦੇ। ਆਪਣੇ ਬੱਚੇ ਅਕਸਰ ਉਹੀ ਕੰਮ ਕਰਦੇ ਆ ਜਿਹਦੇ ਆਪਾਂ ਕਰਦੇ ਆ, ਨਾ ਕਿ ਉਹ ਕਰਦੇ ਜਿਹਦੇ ਆਪਾਂ ਉਹਨਾਂ ਨੂੰ ਕਹੀਦੇ ਆ। ਬੱਚੇ ਸੁਣਨਾ ਨਹੀਂ ਨਾ ਸਿੱਖਦੇ, ਨਹੀਂ ਨਾ ਦੇਖਣਾ ਸਿੱਖਦੇ। ਤਾਂ ਹੀ ਰਸੂਲੁल्लाह ਨੇ ਫਰਮਾਇਆ ਨਾ ਕਿ ਆਪਣੇ ਬੱਚੇ ਦੇ ਸਾਹਮਣੇ ਨਫਲ ਪੜਿਆ ਹੋਏ। ਉਹਨਾਂ ਦੀ ਇੱਕ ਉਹਨਾਂ ਦੀ ਫਜ਼ੀਲਤ ਇਹ ਵੀ ਆ ਕਿ ਤੁਹਾਡੇ ਬੱਚੇ ਦੇਖ ਕੇ ਸਿੱਖਣ, ਉਹਨਾਂ ਨੂੰ ਮਸਜਿਦ 'ਚ ਲੈ ਕੇ ਜਾਇਆ ਕਰੋ। ਦੇਖ ਕੇ ਬੱਚੇ ਜ਼ਿਆਦਾ ਸਿੱਖਦੇ ਆ, ਨਾ ਕਿ ਸੁਣ ਕੇ ਸਿੱਖਦੇ ਆ, ਪਰ ਬਹੁਤ ਹੱਦ ਤੱਕ ਘੱਟ ਜਿੰਨੀ ਜਲਦੀ ਦੇਖ ਕੇ ਸਿੱਖਦੇ ਆ।
ਜਦੋਂ ਰਸੂਲ ਅੱਲਾਹ ਨੇ ਦਾਵਤ ਦਾ ਬਿਲਕੁਲ ਆਗਾਜ਼ ਕੀਤਾ ਨਾ, ਤੇ ਆਪ ਸੱਲੱਲਾਹੁ ਅਲੈहि ਵਸੱਲਮ ਨੇ ਮੱਕੇ ਦੇ ਸਾਰੇ ਲੋਕਾਂ ਨੂੰ ਇੱਕ ਥਾਂ 'ਤੇ ਸੱਦਿਆ ਤੇ ਉਹਨਾਂ ਫਰਮਾਇਆ, ਜੇ ਤੁਹਾਨੂੰ ਮੈਂ ਕਹਾਂ ਕਿ ਇਹ ਪਹਾੜ ਦੇ ਪਿੱਛੋਂ ਇੱਕ ਲਸ਼ਕਰ ਆ ਰਿਹਾ ਤੁਹਾਡੇ ਤੇ ਹਮਲਾ ਕਰ ਦੂਗਾ, ਤੁਸੀਂ ਮੇਰੀ ਗੱਲ ਮੰਨ ਲਓਗੇ? ਸਾਰਿਆਂ ਨੇ ਕਿਹਾ ਅਸੀਂ ਮੰਨ ਲਾਂਗੇ। ਰਸੂਲਾਂ ਪੁੱਛਿਆ ਕਿਉਂ? ਉਹਨਾਂ ਨੇ ਕਿਹਾ ਕਿਉਂਕਿ ਤੁਸੀਂ ਕਦੇ ਝੂਠ ਨਹੀਂ ਬੋਲਿਆ। ਯਾਨੀ ਇਹ ਰਸੂਲ ਅੱਲਾਹ ਦੀ ਸੀ ਇਹ ਅਖਲਾਕ। ਮੈਂ ਖੁਤਬੇ ਦੇ ਵਿੱਚ ਇੱਕ ਆਇਤ ਪੜ੍ਹੀ ਆ ਨਾ, ਲਾਕਤ ਕਾਨਾ ਲਾਕੁਮ ਫੀ ਰਸੂਲਿल्लाहि ਉਸਵਤੁਨ ਹਸਨਾ, ਯਾਨੀ ਮਤਲਬ ਕਿ ਅਸੀਂ ਰਸੂਲ ਅੱਲਾਹ ਦੀ ਜ਼ਿੰਦਗੀ ਤੁਹਾਡੇ ਲਈ ਬਿਹਤਰੀਨ ਨਮੂਨਾ ਬਣਾਇਆ ਵਾ, ਅੱਲਾਹ ਤਾਲਾ ਨੇ ਫਰਮਾਇਆ। ਤੇ ਇਹਦੇ ਵਿੱਚ ਸਾਰੀ ਜ਼ਿੰਦਗੀ ਐਡ ਕੀਤੀ ਆ। 40 ਸਾਲਾ ਪਹਿਲੀ ਗੈਰ ਮਦਨੀ ਜ਼ਿੰਦਗੀ ਕੱਢਣੀ, ਗੈਰ ਨਬਵੀ ਜ਼ਿੰਦਗੀ ਕੱਢੀ ਨਹੀਂ ਹੈਗੀ, ਉਹ ਵੀ ਇਹਦੇ ਵਿੱਚ ਐਡ ਆ। ਉਹ ਸਾਰੀ ਦੀ ਸਾਰੀ ਨਮੂਨਾ ਵਾ। 40 ਸਾਲਾ ਗੈਰ ਨਬਵੀ ਜ਼ਿੰਦਗੀ ਵੀ ਤੇ 23 ਸਾਲਾ ਨਬਵੀ ਜ਼ਿੰਦਗੀ ਵੀ, ਟੋਟਲ ਦੀ ਟੋਟਲ ਨਮੂਨਾ ਵਾ। ਇਹ ਨਹੀਂ ਹੈ ਕਿ ਪਹਿਲੀ ਜ਼ਿੰਦਗੀ ਕੱਢਤੀ, ਅੱਲਾਹ ਤਾਲਾ ਨੇ ਕਿਹਾ ਅਗਲੀ ਨਬਵੀ ਜ਼ਿੰਦਗੀ ਨੂੰ ਸਿਰਫ ਨਮੂਨਾ ਬਣਾਇਆ। ਆਪਾਂ 40 ਸਾਲਾ ਜ਼ਿੰਦਗੀ ਦੇਖੀਏ ਨਾ, ਉਹ ਆਪਣੇ ਲਈ ਬਿਹਤਰੀਨ ਨਮੂਨਾ ਵਾ। ਉਹ ਵੀ ਉਹਦੇ ਵਿੱਚ ਤੁਸੀਂ ਦੇਖੋ ਕਿ ਆਪ ਸੱਲੱਲਾਹੁ ਅਲੈहि ਵਸੱਲਮ ਨੂੰ ਕੀ ਲਕਬ ਸੀ? ਅਮੀਨ ਦਾ, ਸਭ ਤੋਂ ਜ਼ਿਆਦਾ ਅਮਾਨਤਦਾਰ। ਅਮਾਨਤਦਾਰ ਦਾ ਲਕਬ ਦਿੱਤਾ ਗਿਆ, ਸਭ ਤੋਂ ਜ਼ਿਆਦਾ ਸੱਚ ਬੋਲਣ ਵਾਲਾ, ਸਾਦਕ ਦਾ। ਸਾਦਕ ਤੇ ਅਮੀਨ ਦੇ ਲਕਬ ਬੜੇ ਫੇਮਸ ਸੀ ਆਪ ਸੱਲੱਲਾਹੁ ਅਲੈहि ਵਸੱਲਮ ਦੇ ਨਬੂਵਤ ਤੋਂ ਪਹਿਲੇ ਵੀ। ਆਪ ਸੱਲੱਲਾਹੁ ਅਲੈहि ਵਸੱਲਮ ਵੀ ਬਹੁਤ ਫੇਮਸ ਸੀ। ਤੇ ਅਮਾਨਤ ਵਾਲਾ ਵਾਕਿਆ ਵੀ ਸਾਰੇ ਜਾਣਦੇ ਰਸੂਲullah ਦਾ, ਕਿ ਜੋ ਹਿਜਰਤ ਕੀਤੀ ਕਿ ਹਜ਼ਰਤ ਅਲੀ ਕੋ ਕਿੰਨੀਆਂ ਅਮਾਨਤਾਂ ਸੀ। ਉਹ ਅਮਾਨਤਾਂ ਮੁਸਲਮਾਨਾਂ ਦੀਆਂ ਨਹੀਂ ਸੀ, ਉਹ ਗੈਰ ਮੁਸਲਮਾਨਾਂ ਦੀ ਸੀ ਅਮਾਨਤਾਂ ਰਸੂਲullah ਕੋਲ। ਮੁਸਲਮਾਨਾਂ ਦੇ ਹੁੰਦੀਆਂ ਫਿਰ ਤਾਂ ਕੋਈ ਟੈਨਸ਼ਨ ਨਹੀਂ ਸੀ, ਕਿਉਂਕਿ ਸਾਰੇ ਹਿਜਰਤ ਕਰ ਚੁੱਕੇ ਸੀ ਤਕਰੀਬਨ, ਗਾਲਬਨ ਸਾਰੇ ਚਲਾ ਗਏ ਸੀ, ਥੋੜੇ ਬਹੁਤਾਂ ਛੱਡ ਗਏ ਤੇ ਸਾਰੀਆਂ ਗੈਰ ਮੁਸਲਮਾਨ ਦੀਆਂ ਸੀ। ਤੇ ਰਸੂਲullah ਦੀ ਫਿਰ ਅੱਗੋਂ ਇਮਾਨਦਾਰੀ ਦੇਖੋ। ਇਹ ਨਹੀਂ ਕਿਹਾ ਸਾਡੇ ਦੁਸ਼ਮਣਾਂ ਨੇ ਇਮਾਨਤਾ ਲੈ ਆਈ ਨਾਲ, ਬਲਕਿ ਹਜ਼ਰਤ ਅਲੀ ਨੇ ਇਸ ਗੱਲ ਤੇ ਮੁਕਰਰ ਕੀਤਾ, ਉਹਨੇ ਜਾਨ ਨੂੰ ਖਤਰਾ ਸੀ ਕਿ ਤੁਸੀਂ ਇਮਾਨਤਾਂ ਉਹਨਾਂ ਦੇ ਮਾਲਕਾਂ ਦੇ ਸਪੁਰਦ ਕਰਕੇ ਵਾਪਸ ਆਉਣਾ, ਉਸ ਤੋਂ ਬਗੈਰ ਨਹੀਂ। ਤੇ ਅਗਲੀ ਜਿਹਦੀ 23 ਸਾਲਾ ਜ਼ਿੰਦਗੀ ਆ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਕਿਉਂਕਿ ਸਵਾਲ ਪਿਛਲੀ ਜ਼ਿੰਦਗੀ 'ਤੇ ਹੁੰਦਾ ਨਾ, ਉਹ ਤਾਂ ਗੈਰ ਨਬਵੀ ਜ਼ਿੰਦਗੀ ਸੀ। ਉਹ ਤਾਂ ਆਪਣੇ ਲਈ 40 ਸਾਲਾ ਜ਼ਿੰਦਗੀ ਤੁਸੀਂ ਦੇਖੋ ਨਾ, ਇਹਨੂੰ ਪੜ੍ਹੋ ਤੇ ਗੌਰ ਕਰੋ, ਆਪਾਂ ਨੂੰ ਪਤਾ ਲੱਗਦਾ ਕਿ ਟੋਟਲ ਦੀ ਟੋਟਲ ਅਖਲਾਕ ਦੇ ਉੱਤੇ ਮਬਨੀ ਸੀ। ਬਹੁਤ ਸਾਰੇ ਲੋਕ ਆਪਦੇ ਅਖਲਾਕ ਤੋਂ ਪਹਿਲੇ ਹੀ ਕਾਇਲ ਸੀ ਕਿ ਬੜੇ ਅਖਲਾਕ ਦਾ ਬੰਦਾ। ਇੱਕ ਮਰਤਬਾ ਇੱਕ ਯਹੂਦੀ ਬੱਚਾ ਸੀ, ਉਹਦੇ ਘਰੇ ਰਸੂਲullah ਦੀ ਤਾਜ਼ੀਅਤ ਕਰਨ ਗਏ, ਆਖਰੀ ਸਾਵਾ ਤੇ ਸੀ ਆਪਣੇ। ਉਹ ਰਸੂਲullah ਦੇਖ ਕੇ ਮੁਸਕਰਾਇਆ ਤੇ ਆਪ ਸੱਲੱਲਾਹੁ ਅਲੈहि ਵਸੱਲਮ ਨੂੰ ਇਸਲਾਮ ਦੀ ਦਾਵਤ ਦਿੱਤੀ। ਉਹਨੇ ਕਬੂਲ ਨਹੀਂ ਕੀਤੀ, ਉਹਦੇ ਵਾਲ ਲਾਗੇ ਬੈਠੇ ਸੀ, ਉਹਨਾਂ ਨੇ ਦੇਖਿਆ ਤੇ ਉਹਦਾ ਵਾਲ ਸਮਝ ਗਿਆ ਕਿ ਬੱਚਾ ਇਸਲਾਮ ਕਬੂਲ ਕਰਨਾ ਚਾਹੁੰਦਾ ਪਰ ਮੈਨੂੰ ਕਹਿ ਨਹੀਂ ਰਿਹਾ। ਉਹਨਾਂ ਨੇ ਆਪਣੇ ਬਾਪ ਦੇ ਕਹੇ ਤੇ ਕਲਮਾ ਪੜਿਆ ਬੱਚੇ ਨੇ, ਉਹਨੇ ਇਸਲਾਮ ਕਬੂਲ ਕੀਤਾ ਤੇ ਫੌਰਨ ਫੌਤ ਹੋ ਗਿਆ। ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਬੱਚੇ ਦੇ ਵਾਲਦ ਤੇ ਬੱਚਾ ਆਪ ਸੱਲੱਲਾਹੁ ਅਲੈहि ਵਸੱਲਮ ਦੇ ਅਖਲਾਕ ਤੋਂ ਕਿਸ ਕਦਰ ਕਾਇਲ ਹੋਊਗਾ। ਕਿ ਉਹਦੇ ਵਾਲਦ ਦੇ ਕਹੇ ਤੇ ਉਹਨੇ ਕਲਮਾ ਪੜਿਆ ਕਿ ਯਹੂਦੀ ਦੇ ਘਰ ਗਏ। ਜੇ ਆਪਣਾ ਕੋਈ ਰਿਸ਼ਤੇਦਾਰ ਅਹਿਲੇ ਦੀ ਸੀ ਸੁਣੀ ਹੋਵੇ, ਆਪਾਂ ਨਹੀਂ ਜਾਈਦਾ ਉਹਦੇ ਘਰੇ, ਬਿਮਾਰ ਹੋਵੇ ਤਾਂ ਪਤਾ ਲੈ ਨਹੀਂ ਚਾਹੀਦਾ। ਤੇ ਉਹ ਹੈ ਵੀ ਗੈਰ ਮੁਸਲਿਮ, ਹੈ ਵੀ ਯਹੂਦੀ। ਈਸਾਈ ਹੁੰਦੇ ਤਾਂ ਹੋਰ ਗੱਲ ਸੀ, ਹੈ ਵੀ ਯਹੂਦੀ ਜਿਹਨਾਂ ਨਾਲ ਦੁਸ਼ਮਣੀ ਚੱਲਦੀ ਹੋ ਰਹੀ ਸੀ ਮੁਸਲਮਾਨ। ਉਦੋਂ ਦਾ ਦੁਸ਼ਮਣੀ ਜਦੋਂ ਸਟਾਰਟ ਹੋਈ ਸੀ ਨਾ, ਜਿਹਨਾਂ ਨੇ ਧੋਖੇ ਦਿੱਤੇ ਸੀ ਮੁਸਲਮਾਨਾਂ ਨੂੰ ਸ਼ੁਰੂ ਦੇ ਮੁਆਹਿਦਾ ਦੇ ਵਿੱਚ, ਉਹ ਯਹੂਦੀ ਈਸਾਈ ਹੁੰਦੇ ਤਾਂ ਹੋਰ ਗੱਲ ਸੀ। ਯਹੂਦੀਆਂ ਦੇ ਘਰ ਗਏ ਤੇ ਫਿਰ ਉਹਨਾਂ ਨੇ ਇਸਲਾਮ ਵੀ ਕਬੂਲ ਕੀਤਾ, ਇਸ ਕਦਰ ਉਹ ਆਪ ਸੱਲੱਲਾਹੁ ਅਲੈहि ਵਸੱਲਮ ਦੇ ਅਖਲਾਕ ਤੋਂ ਕਾਇਲ ਸੀ। ਇੱਕ ਲਾਸਟ ਹੀ ਤੁਹਾਡੇ ਅੱਗੇ ਬਿਆਨ ਕਰੂਗਾ ਹਦੀਸ, ਤੋਂ ਬਾਅਦ ਇਜਾਜ਼ਤ ਚਾਹੂਗਾ ਤੁਹਾਡੇ ਕੋਲ, ਕਿ ਆਪ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਅੱਛੇ ਅਖਲਾਕ ਮਿਜ਼ਾਨ ਦੇ ਵਿੱਚ ਸਭ ਤੋਂ ਭਾਰੀ ਹੋਊਗਾ ਕਿਆਮਤ ਵਾਲੇ ਦਿਨ। ਤੇ ਇੱਕ ਆਖਰੀ ਵਾਕਿਆ ਤੁਹਾਨੂੰ ਕਿਹਾ ਹੈ, ਹਦੀਸ ਤਾਂ ਪਹਿਲੇ ਮੈਂ ਬਿਆਨ ਕਰਤੀ। ਜੋ ਰਸੂਲullah ਤੇ ਵਹੀ ਨਾਜ਼ਿਲ ਹੋਈ ਨਾ, ਰਸੂਲullah ਘਰੇ ਆਏ ਬੜੀ ਟੈਨਸ਼ਨ ਤੇ ਪਰੇਸ਼ਾਨੀ ਦੇ ਵਿੱਚ, ਤੇ ਹਜ਼ਰਤ ਖਦੀਜਾ ਨੂੰ ਕਿਹਾ ਕਿ ਮੈਨੂੰ ਕਿਤੇ ਲੇਟਣ ਦੀ ਜਗ੍ਹਾ ਦਿਓ, ਮੇਰੇ ਉੱਤੇ ਨਾ ਕੁਛ ਓੜ ਦਿਓ, ਯਾਨੀ ਕੋਈ ਖੇਸ ਕੰਬਲ ਚਾਦਰ ਵਗੈਰਾ। ਬੜੀ ਨਾ ਕਪਾਹਟ ਸੀ, ਬੜਾ ਖੌਫ ਸੀ, ਡਰ ਸੀ ਕਿ ਮੈਨੂੰ ਖੌਫ ਆ ਕਿ ਅੱਜ ਮੈਂ ਕਿਤੇ ਮਾਰ ਨਾ ਜਾਵਾਂ। ਰਸੂਲullah ਇਸ ਕਦਰ ਡਰੇ ਹੋਏ ਤਾਂ ਖੌਫ ਦੇ ਵਿੱਚ ਆਪਣੇ ਘਰੇ ਆ। ਤੇ ਹਜ਼ਰਤ ਖਦੀਜਾ ਨੇ ਕੁਝ ਜਿਹਦੀ ਇਹਨੂੰ ਗੱਲ ਕਹੀ ਨਾ, ਉਹ ਬੜੀ ਗੌਰ ਵਾਲੀ ਗੱਲ ਆ। ਇਹ ਨਹੀਂ ਕਿਹਾ ਹੈ ਕਿ ਅੱਲਾਹ ਤੁਹਾਨੂੰ ਆਪਣਾ ਨਬੀ ਬਣਾਊਗਾ, ਤੁਸੀਂ ਬੜੇ ਅਜ਼ੀਮ ਇਨਸਾਨ ਨਹੀਂ, ਬਲਕਿ ਆਪ ਸੱਲੱਲਾਹੁ ਅਲੈहि ਵਸੱਲਮ ਨੇ ਸਿਫਤਾਂ ਬਿਆਨ ਕੀਤੀਆਂ ਕਿ ਤੁਸੀਂ ਤਾਂ ਸੱਚ ਬੋਲਣੇ ਵਾਲੇ ਆ, ਗਰੀਬਾਂ ਦੀ ਮਦਦ ਕਰਨੇ ਵਾਲੇ ਆ, ਮਹਿਮਾਨ ਨਵਾਜ਼ੀ ਕਰਨੇ ਵਾਲੇ ਆ, ਬਿਮਾਰਾਂ ਦੀ ਇਜਾਜ਼ਤ ਕਰਨੇ ਵਾਲੇ ਆ, ਗੁਲਾਮਾਂ ਨੂੰ ਆਜ਼ਾਦ ਕਰਨੇ ਵਾਲੇ ਆ। ਅੱਲਾਹ ਤੁਹਾਨੂੰ ਕਦੇ ਰਾਇਗਾ ਨਹੀਂ ਕਰੂਗਾ, ਅੱਲਾਹ ਕਦੇ ਤੁਹਾਨੂੰ ਜ਼ਾਇਆ ਨਹੀਂ ਕਰੂਗਾ, ਨਾ ਹੀ ਅੱਲਾਹ ਤੁਹਾਡਾ ਅਜਰ ਕਿਤੇ ਘੱਟ ਕਰੂਗਾ। ਯਾਨੀ ਸਾਰੇ ਉਹਨਾਂ ਦੇ ਸਾਫ਼ ਬਿਆਨ ਕੀਤੇ ਹਜ਼ਰਤ ਖਦੀਜਾ ਨੇ। ਤੇ ਆਪਣੀ ਜਿਹੜੀ ਅੱਜ ਦੀ ਕੋਈ 15 ਮਿੰਟ ਦੀ ਤਕਰੀਰ ਸੀ, ਇਹਦਾ ਰਿਜ਼ਲਟ ਅਖਲਾਕ ਹੀ ਸੀ। ਜੇ ਇਸ ਤੋਂ ਇਲਾਵਾ ਆਪਾਂ ਨੂੰ ਅਗਲੇ ਹਫਤੇ ਜਾਂ ਤੋਂ ਅਗਲੇ ਹਫਤੇ ਮੌਕਾ ਮਿਲਿਆ ਤੇ ਇਹਨੂੰ ਅੱਗੇ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਹੁਸਨ ਅਖਲਾਕ ਦਾ ਮੌਜੂ ਅੱਗੇ ਤਕਰੀਬਨ ਚੱਲੂਗਾ ਕਾਫੀ ਅਰਸਾ।
ਉਮੀਦ ਆ ਕਿ 2 ਜਾਂ 3 ਨਸ਼ਿਸਤਾਂ ਹੋ ਗਿਆ। ਅੱਜ ਦਾ ਆਪਾਂ ਰਿਜ਼ਲਟ ਕੱਢੀਏ, ਸਿਰਫ ਉਸਨੇ ਅਖਲਾਕ ਸੀ ਜਿਹਨੂੰ ਆਪਾਂ ਭੋਰਾ ਵੈਲਿਊ ਆਪਣੀ ਗੱਲ ਦੇ ਵਿੱਚ ਨਹੀਂ ਦਿੱਤੀ। ਆਪਾਂ ਕਹਿੰਦਾ ਕੋਈ ਨਹੀਂ, ਬਸ ਆਪਾਂ ਨਮਾਜ਼ ਰੋਜ਼ਾ ਪੜ੍ਹ ਲਿਆ, ਅਖਲਾਕ ਦੀ ਕੋਈ ਵੈਲਿਊ ਨਹੀਂ। ਹਾਲਾਂਕਿ ਰਸੂਲullah ਇੱਕ ਦਿਨ ਮਸਜਿਦ ਦੇ ਵਿੱਚ ਬੈਠੇ ਸੀ ਤੇ ਉਹਨਾਂ ਕੋਲ ਇੱਕ ਔਰਤ ਦੀ ਗੱਲ ਕੀਤੀ ਗਈ। ਸਹਾਬਾ ਕਿਰਾਮ ਨੇ ਬਿਆਨ ਕੀਤਾ ਕਿ ਫਲਾਂ ਔਰਤ ਸੀ, ਉਹ ਤਹੱਜਦ ਵੀ ਪੜ੍ਹਦੀ ਸੀ, ਯਾਨੀ ਆਪਣੀ ਨਫਲੀ ਨਮਾਜ਼ ਵੀ ਪੜ੍ਹਦੀ ਸੀ ਤੇ ਫਰਜ਼ ਵੀ ਪੜ੍ਹਦੀ ਸੀ, ਪਰ ਉਹਦੇ ਆਪਣੇ ਗਵਾਂਢੀਆਂ ਨਾਲ ਅਖਲਾਕ ਅੱਛੇ ਨਹੀਂ ਸੀ, ਉਹ ਜੰਨਤ 'ਚ ਜਾਊਗੀ। ਰਸੂਲullah ਨੇ ਫਰਮਾਇਆ ਨਹੀਂ। ਤੇ ਇੱਕ ਹੋਰ ਔਰਤ ਦਾ ਜ਼ਿਕਰ ਕੀਤਾ ਗਿਆ, ਫਰਮਾਇਆ ਸਿਰਫ ਫਰਜ਼ ਨਮਾਜ਼ ਪੜ੍ਹਦੀ ਸੀ ਪਰ ਉਹਦੇ ਅਖਲਾਕ ਅੱਛੇ ਸੀ, ਰਸੂਲullah ਨੇ ਫਰਮਾਇਆ ਜੰਨਤ 'ਚ ਜਾਊਗੀ। ਯਾਨੀ ਅਖਲਾਕ ਦੀ ਬੁਨਿਆਦ ਬਣਾਇਆ ਰਸੂਲullah ਨੇ ਜੰਨਤ ਤੇ ਜਹੰਨਮ ਦੇ ਵਿੱਚ। ਇੱਕ ਹੋਰ ਹਦੀਸ ਬਿਆਨ ਕਰੂਗਾ ਕਿ ਰਸੂਲullah ਦੀ ਇੱਕ ਵਾਈਫ ਹੀ ਸੀ ਅਲੈਹਿਸਲਾਮ, ਹੁਣ ਮੈਨੂੰ ਉਹਦਾ ਨਾਮ ਨਹੀਂ ਯਾਦ ਕਨਫਰਮ ਕੀ ਸੀ। ਰਸੂਲullah ਦੀ ਵਾਈਫ ਸੀ, ਮੁਸਲਮਾਨਾਂ ਦੀ ਮਾਂ ਸੀ, ਉਹਨਾਂ ਦੀ ਪਹਿਲੇ ਵੀ ਸ਼ਾਦੀ ਹੋਈ ਸੀ। ਉਹਨਾਂ ਨੂੰ ਹੁਣ ਇਹ ਗੱਲ ਦੀ ਟੈਨਸ਼ਨ ਸੀ ਕਿ ਜੇ ਉਹ ਜੰਨਤ ਦੇ ਵਿੱਚ ਜਾਊਗੀ ਆ ਤੇ ਉਹਨਾਂ ਦੇ ਸ਼ੋਹਰ ਕੌਣ ਹੋਗੇ, ਉਹਨਾਂ ਦੇ ਪਹਿਲੇ ਖਾਵੰਦ ਆ ਰਸੂਲullah। ਉਹਨਾਂ ਨੇ ਪੁੱਛ ਲਿਆ ਕਿ ਉਹ ਇੱਕ ਔਰਤ ਦੀਆਂ 2 ਸ਼ਾਦੀਆਂ ਹੋਈਆਂ, ਉਹ ਜੰਨਤ ਜਾਊਗੀ ਤਾਂ ਉਹਦਾ ਕਿਹਦਾ ਖਾਵੰਦ ਨਾਲ ਹੋਊਗਾ। ਰਸੂਲullah ਫਰਮਾਇਆ ਜਿਹਦੇ ਅਖਲਾਕ ਅੱਛੇ ਹੋਊਗੇ। ਯਾਨੀ ਇੱਥੇ ਵੀ ਰਸੂਲullah ਨੇ ਜੰਨਤ ਦੇ ਵਿੱਚ ਜਾਣ ਦੀ ਤੇ ਆਪਣੀ ਵਾਈਫ ਨਾਲ ਰਹਿਣ ਦੀ ਬੁਨਿਆਦ ਅੱਛੇ ਅਖਲਾਕ ਹੀ ਬਣਾਇਆ। ਤੇ ਉਹਨਾਂ ਨੇ ਅੱਗੋਂ ਜਵਾਬਨ ਪੁੱਛਿਆ, ਜੀ ਰਸੂਲullah ਦੀ ਵਾਈਫ ਸੀ, ਕਿ ਸਿਰਫ ਅੱਛੇ ਅਖਲਾਕ ਦੀ ਵਜ੍ਹਾ ਤੋਂ। ਉਸਨੇ ਫਰਮਾਇਆ ਕਿ ਦੁਨੀਆ ਤੇ ਆਖਰ ਦੀ ਜਿੰਨੀਆਂ ਵੀ ਖੁਸ਼ੀਆਂ ਉਹ ਅੱਛੇ ਅਖਲਾਕ ਵਾਲਿਆਂ ਨੂੰ ਤੇ ਹਾਸਲ ਆ, ਇਸ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ, ਸਿਰਫ ਅੱਛੇ ਅਖਲਾਕ ਨਹੀਂ ਬੁਨਿਆਦ ਬਣਾਇਆ। ਇਸ ਤੋਂ ਇਲਾਵਾ ਆਪਾਂ ਬਿਆਨ ਕਰੀਏ ਤੇ ਕੁਰਾਨ ਤੇ ਹਦੀਸ ਦੇ ਵਿੱਚ ਬਹੁਤ ਸਾਰੀਆਂ ਅੰਦਰੀਆਂ ਮਸਾਲਾ ਆਪਾਂ ਨੂੰ ਮਿਲਦੀ ਆ ਜਿਹਦੇ ਸਿਰਫ ਉਸਨੇ ਅਖਲਾਕ ਦੀ ਵਜ੍ਹਾ ਤੋਂ ਹੀ ਜੰਨਤ ਜਾਣ ਦਾ ਜ਼ਰੀਆ ਬਣਦੇ ਆ। ਯਾਨੀ ਆਪ ਦੇਖੋ, ਆਪਣੇ ਰਿਸ਼ਤੇਦਾਰਾਂ ਨੂੰ ਆਪਾਂ ਕੁਛ ਨਹੀਂ ਚਾਹੀਦਾ। ਇਹ ਪਿਛਲੀ ਵਾਰੀ ਆਪਾਂ ਬਿਆਨ ਕੀਤਾ ਸੂਰਾ ਨੂਰ ਦੇ ਕੰਟੈਕਸਟ ਦੇ ਵਿੱਚ ਹਜ਼ਰਤ ਅਬੂ ਬਕਰ ਦਾ ਵਾਕਿਆ, ਕਿ ਉਹਨਾਂ ਨੇ ਹੱਥ ਰੋਕ ਲਿਆ ਸੀ ਇੱਕ ਆਪਣੇ ਰਿਸ਼ਤੇਦਾਰ ਨੂੰ ਵਜ਼ੀਫਾ ਦੇਣ ਤੋਂ, ਤੇ ਅੱਲਾਹ ਤਾਲਾ ਨੇ ਕੀ ਫਰਮਾਇਆ ਸੀ ਕਿ ਤੁਸੀਂ ਇਹ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੇ ਗੁਨਾਹ ਮਾਫ ਕਰ ਦੇ। ਉਸ ਤੋਂ ਬਾਅਦ ਫਿਰ ਹਜ਼ਰਤ ਅਬੂ ਬਕਰ ਨੇ ਵਜ਼ੀਫਾ ਜਾਰੀ ਕਰਤਾ ਕਿ ਅਸੀਂ ਚਾਹੁੰਦੇ ਹਾਂ ਕਿ ਅੱਲਾਹ ਸਾਡੇ ਗੁਨਾਹ ਮਾਫ ਕਰ ਦੇ। ਉਹ ਐ ਸਪੈਸ਼ਲ ਹਜ਼ਰਤ ਅਬੂ ਬਕਰ ਵਾਸਤੇ ਨਾਜ਼ਰ ਹੋਈ ਸੀ। ਤੇ ਆਪਣੇ ਅੱਜ ਹਾਲ ਇਹ ਹੁੰਦੇ ਆ ਕਿ ਆਪਾਂ ਜਿੱਥੇ ਜਾ ਕੇ ਬੈਠੀ ਦਾ ਵਾ ਨਾ, ਆਪਾਂ ਇਹ ਨਹੀਂ ਚਾਹੁੰਦੇ ਕਿ ਉਸ ਬਾਜ਼ਾਰ ਵਿੱਚੋਂ ਸਾਡੀਆਂ ਬੁੜੀਆਂ ਲੰਘਣ, ਕਿਉਂਕਿ ਆਪਾਂ ਨੂੰ ਤਾਂ ਪਤਾ ਹੁੰਦਾ ਸੀ ਜਿਹਦੀ ਮਹਿਫਲ 'ਚ ਜਾ ਕੇ ਬਹਿ ਰਹੇ ਆ ਉਹਦਾ ਕੀ ਹਾਲ ਆ, ਤੇ ਉੱਥੋਂ ਯਾਰ ਲੰਘਦਾ ਵਾ ਤੇ ਉਹ ਮਹਿਫਲ ਵਾਲੇ ਉਹਦੇ ਕਿੰਦਾ ਦੇਖਦੇ ਆ, ਤੇ ਆਪਾਂ ਨੂੰ ਪਤਾ ਹੁੰਦਾ ਵਾ। ਤੇ ਆਪਣੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬਾਜ਼ਾਰ ਵਿੱਚੋਂ ਨਾ ਲੰਘਣ ਜਿੱਥੇ ਅਸੀਂ ਜਾ ਕੇ ਬੈਠੀ ਦਾ, ਬਲਕਿ ਦੂਸਰੇ ਬਾਜ਼ਾਰ ਵਿੱਚੋਂ ਲੰਘ ਜਾਣ। ਹਾਲਾਂਕਿ ਆਪਾਂ ਨੂੰ ਚਾਹੀਦਾ ਉੱਥੋਂ ਲੰਘਣ ਜਿੱਥੇ ਆਪਾਂ ਬੈਠੇ ਹੋਏ ਆ। ਆਪਾਂ ਨੂੰ ਪਤਾ ਹੋਣਾ ਚਾਹੀਦਾ ਮਹਿਫਲ ਅੱਛੀ ਆ, ਸਾਡੇ ਘਰ ਵਾਲਿਆਂ ਨੂੰ ਕੋਈ ਮਸਲਾ ਨਹੀਂ ਉੱਥੋਂ ਬਣੂਗਾ, ਕੋਈ ਛੇੜਖਾਨੀ ਦਾ ਕੋਈ ਐਸਾ ਵੈਸਾ ਮਸਲਾ ਨਹੀਂ ਬਣੂਗਾ। ਪਰ ਆਪਾਂ ਆਪ ਕਹਿ ਰਹੇ ਹੋਈਦਾ ਉੱਥੋਂ ਨਾ ਲੰਘੀਓ ਜਿੱਥੇ ਅਸੀਂ ਜਾ ਕੇ ਬੈਠੀ ਦਾ ਵਾ, ਉਹ ਬਾਜ਼ਾਰ 'ਚ ਮੁੰਡੇ ਬਹੁਤ ਹੁੰਦੇ ਆ, ਹਾਲਾਂਕਿ ਉੱਥੇ ਹੋਰ ਲੋਕਾਂ ਨੇ ਵੀ ਲੰਘਣਾ ਹੁੰਦਾ। ਆਪਣੇ ਅਖਲਾਕ ਦੀ ਕਮੀ ਤੇ ਇਹਦੀ ਨਾ ਇੰਪੋਰਟੈਂਸ ਦੀ ਵਜ੍ਹਾ ਤੋਂ ਆਪਾਂ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਆ। ਅੱਲਾਹ ਤਾਲਾ ਕੋਲ ਦੁਆ ਵਾ ਕਿ ਅੱਲਾਹ ਤਾਲਾ ਆਪਾਂ ਨੂੰ ਜੋ ਸੁਣਿਆ ਹੈ ਤੇ ਅਮਲ ਕਰਨ ਦੀ ਤੌਫੀਕ ਦੇਵੇ। ਵਾਖਰੁਲ ਦਵਾਨਾ ਅਲਹਮਦੁਲਿल्लाहि रब्बिल आलमीन।